ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਰਨ ਗਗਨ ਨਵ ਖੰਡ ਮਹਿ, ਜੋਤ ਸਵੈਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਦੈ ਸਾਹੋ। ਜਿਸ ਪਾਸ ਬੈਠਿਆ ਸੋਈਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਣੰ, ਸਰਬਤਰ ਆਸਾ ਪੂਰਨ ਹੈ। ਖੰਡਨੰ ਕਲ ਕਲੇਸਹਿ, ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਮਨ ਇੱਛਾ ਦਾਨ ਕਰਣੰ, ਸਰਬਤਰ ਆਸਾ ਪੂਰਨ ਹੈ। ਖੰਡਨੰ ਕਲ ਕਲੇਸਹਿ, ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਹਬ ਰੰਗ ਮਾਣਹਿ ਜਿਸ ਸੰਗ, ਤੈਸਿਉ ਲਾਈਐ ਨੇਹੋ। ਸੋ ਸਾਹੋ ਬਿੰਦ ਨਾ ਵਿਸਰੋ ਨਾਨਕ, ਜਿਨ ਸੁੰਦਰ ਰਚਿਆ ਦੇਹੋ। ਹਬ ਰੰਗ ਮਾਣਹਿ ਜਿਸ ਸੰਗ, ਤੈਸਿਉ ਲਾਈਐ ਨੇਹੋ। ਸੋ ਸਾਹੋ ਬਿੰਦ ਨਾ ਵਿਸਰੋ ਨਾਨਕ, ਜਿਨ ਸੁੰਦਰ ਰਚਿਆ ਦੇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਆਓ ਜੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ। ਤਿਸ ਦੀ ਵਿਚਾਰ ਆਪ ਸੰਗਤਾਂ ਕਿਰਪਾ ਕਰੋ, ਜਿਸ ਕਰਕੇ ਸਾਡੀ ਹਾਜ਼ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲੱਗ ਸਕੇ। ਜੈਤਸਰੀ ਦੀ ਵਾਰ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਕੇ ਦੇ ਰਹੇ ਨੇ। ਇੱਕ ਵਾਰੀ ਰਸਨਾ ਕਰੀਏ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਣੰ,
ਸਰਬਤਰ ਆਸਾ ਪੂਰਨ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਡੇ ਮਨ ਦੀਆਂ ਇੱਛਾਵਾਂ ਨੂੰ ਦਾਨ ਰੂਪ ਦੇ ਵਿੱਚ ਸਾਨੂੰ ਪੂਰਾ ਕਰਨ ਵਾਲਾ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਸਾਡੀਆਂ ਸਾਰੀਆਂ ਹੀ ਆਸਾਂ ਪੂਰੀਆਂ ਕਰਨ ਵਾਲਾ ਹੈ, ਜਿਸ ਪਰਮਾਤਮਾ ਦੇ ਵਿੱਚ ਏਡੀ ਵੱਡੀ ਬਰਕਤ ਹੈ ਕਿ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਵੈਸੇ ਗੁਰਬਾਣੀ ਮੁਤਾਬਕ ਵਸਤੂ ਉਹ ਮਿਲਦੀ ਹੈ ਜਿਹੜੀ ਸਾਡੇ ਸੰਜੋਗਾਂ ਦੇ ਵਿੱਚ ਹੋਵੇ। ਆਪਾਂ ਪੜ੍ਹਦੇ ਹਾਂ, ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਲੇਖੈ ਆਵੈ ਭਾਗ। ਪਰ ਇੱਕ ਹੁੰਦਾ ਪਰਉਪਕਾਰ, ਜਿਵੇਂ ਸੇਵਾ ਹੁੰਦੀ ਹੈ, ਪਰਉਪਕਾਰ ਹੁੰਦਾ ਹੈ ਤੇ ਤਰਸ ਹੁੰਦਾ ਹੈ। ਵੈਸੇ ਤੇ ਉਹ ਵਸਤੂ ਮਿਲਦੀ ਹੈ ਜਿਹੜੀ ਸਾਡੇ ਕਰਮਾਂ ਦੇ ਵਿੱਚ ਹੈ। ਇਹ ਅਟੱਲ ਸਿਧਾਂਤ ਹੈ। ਪਰ ਮਹਾਂਪੁਰਸ਼ ਜਾਂ ਸਾਡੇ ਸਤਿਗੁਰੂ ਉਹ ਕਈ ਵਾਰੀ ਸਾਡੇ ਉੱਤੇ ਤਰਸ ਕਰਕੇ ਜਾਂ ਪਰਉਪਕਾਰ ਕਰਕੇ ਸਾਨੂੰ ਉਹ ਦਾਤ ਵੀ ਦੇ ਦਿੰਦੇ ਨੇ ਜਿਹੜੀ ਸਾਡੇ ਕਰਮਾਂ 'ਚ ਨਹੀਂ ਲਿਖੀ ਹੁੰਦੀ। ਪਰਉਪਕਾਰ ਤੇ ਤਰਸ ਇਹ ਕਰਮਾਂ ਤੋਂ ਬਾਹਰ ਹੁੰਦਾ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਪਰਮੇਸ਼ਰ ਤਰਸ ਕਰਕੇ, ਕਿਰਪਾ ਕਰਕੇ ਜਦੋਂ ਅਸੀਂ ਉਹਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਸਾਡੇ ਮਨ ਦੀ ਇੱਛਾ ਮੁਤਾਬਕ ਉਹ ਦਾਨ ਕਰਦਾ ਹੈ ਤੇ ਸਾਡੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੰਦਾ ਹੈ। ਖੰਡਨੰ ਕਲ ਕਲੇਸਹਿ, ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ। ਫਿਰ ਉਸ ਪਰਮੇਸ਼ਰ ਦੇ ਵਿੱਚ ਕਿੱਡਾ ਵੱਡਾ ਗੁਣ ਹੈ ਕਿ ਉਹ ਕਲ ਝਗੜਾ ਤੇ ਕਲੇਸ਼ ਪੰਜ ਤਰ੍ਹਾਂ ਦੇ ਮੰਨੇ ਗਏ ਨੇ। ਅਵਿਦਿਆ ਹੈ, ਅਸਮਿਤਾ ਹੈ, ਰਾਗ ਹੈ, ਦਵੈਸ਼ ਹੈ, ਅਭਿਨਵੇਸ਼। ਇਹ ਪੰਜ ਕਲੇਸ਼ ਮੰਨੇ ਗਏ ਨੇ ਜਿਹੜੇ ਕਦੇ ਵੀ ਬੰਦੇ ਦਾ ਮਨ ਸ਼ਾਂਤ ਨਹੀਂ ਹੋਣ ਦਿੰਦੇ, ਮਨ ਟਿਕਣ ਨਹੀਂ ਦਿੰਦੇ, ਮਨ ਸਹਿਜ 'ਚ ਨਹੀਂ ਆਉਣ ਦਿੰਦੇ। ਉਹ ਵਾਹਿਗੁਰੂ ਪਰਮੇਸ਼ਰ ਐਸੀ ਕਿਰਪਾ ਕਰਨ ਵਾਲਾ ਹੈ ਕਿ ਸਾਡੇ ਝਗੜਿਆਂ ਨੂੰ, ਸਾਡੇ ਕਲੇਸ਼ਾਂ ਨੂੰ, ਸਾਡੇ ਕੀਤੇ ਹੋਏ ਪਾਪਾਂ ਨੂੰ ਖੰਡਨ ਕੱਟਣ ਵਾਲਾ ਹੈ। ਉਹਦੀ ਮਰਜ਼ੀ ਹੋਵੇ ਤੇ ਸਾਡੇ ਜਿਹੜੇ ਕੀਤੇ ਹੋਏ ਪਾਪ ਨੇ 1 ਸਕਿੰਟ ਦੇ ਵਿੱਚ ਹੀ ਉਹ ਕੱਟ ਦੇਵੇ। ਵਾਹਿਗੁਰੂ ਨਾਮ ਦੇ ਵਿੱਚ ਏਡੀ ਵੱਡੀ ਤਾਕਤ ਮੰਨੀ ਗਈ ਹੈ। ਇੱਕ ਵਾਰੀ ਵੀ ਕਿਸੇ ਦੇ ਮੂੰਹੋਂ ਵਾਹਿਗੁਰੂ ਨਿਕਲੇ ਤਾਂ ਉਸ ਸਿੱਖ ਦੇ ਕੀਤੇ ਹੋਏ ਪਾਪ ਕੱਟੇ ਜਾਂਦੇ ਨੇ। ਉਹ ਭਾਵੇਂ ਸਾਰੇ ਜਨਮ ਦੇ ਹੋਣ। ਪਰ ਸਵਾਲ ਪੈਦਾ ਹੁੰਦਾ ਹੈ, ਫਿਰ ਇਹ ਤੁਸੀਂ ਵਾਰੀ-ਵਾਰੀ ਕਿਉਂ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਹੋ? ਵਾਹਿਗੁਰੂ ਤੇ ਇੱਕ ਵਾਰੀ ਬੜਾ ਹੈ। ਜਦੋਂ ਤੁਸੀਂ ਵਾਰੀ-ਵਾਰੀ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਤਾਂ ਵਾਹਿਗੁਰੂ ਦਾ ਮੁੱਲ ਨਹੀਂ ਘਟਾਉਂਦੇ ਤੁਸੀਂ, ਉਹ ਤਾਂ ਇੱਕ ਵਾਰੀ ਬੜਾ ਹੈ। ਤਾਂ ਮਹਾਂਪੁਰਸ਼ ਇਸ ਗੱਲ ਦਾ ਜਵਾਬ ਦਿੰਦੇ ਨੇ, ਸਤਿਗੁਰੂ ਸਾਹਿਬਾਨ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਜਿਹੜਾ ਸਾਡਾ ਮਨ ਹੈ ਨਾ, ਇਹ ਪਾਰੇ ਵਰਗਾ ਚੰਚਲ ਹੈ। ਇਹਨੂੰ ਵਸ ਵਿੱਚ ਕਰਨ ਵਾਸਤੇ ਸਾਨੂੰ ਵਾਰੀ-ਵਾਰੀ ਵਾਹਿਗੁਰੂ 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 ਦੁਹਰਾਉਣਾ ਪੈਂਦਾ ਹੈ। ਨਹੀਂ ਤੇ ਵਾਹਿਗੁਰੂ ਤੇ ਇੱਕ ਵਾਰੀ ਵੀ ਮੂੰਹ ਨਿਕਲ ਗਿਆ ਤਾਂ ਕਹਿੰਦੇ ਤੇਰੇ ਕੀਤੇ ਹੋਏ ਪਾਪ ਸਾਰੇ ਹੀ ਕੱਟੇ ਜਾ ਸਕਦੇ। ਤਾਂ ਮਹਾਰਾਜ ਜੀ ਕਹਿੰਦੇ ਹਨ, ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾ ਵਿਖਿਆਦੰ।
ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਵਾਹਿਗੁਰੂ ਜੀ ਦਾ ਨਾਮ ਅੱਗ ਦੀ ਨਿਆਈ, ਸੁੱਕੀਆਂ ਲੱਕੜਾਂ ਨੂੰ ਸਾੜਨ ਵਾਲਾ, ਪਾਪਾਂ ਨੂੰ ਖਤਮ ਕਰਨ ਵਾਲਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਪਰਮਾਤਮਾ ਕੀਤੇ ਹੋਏ ਪਾਪ ਕੱਟਦਾ ਹੈ, ਕਲਪਨਾ ਮੇੜਦਾ ਹੈ, ਕਲੇਸ਼ਾਂ ਨੂੰ ਖਤਮ ਕਰਦਾ ਹੈ। ਉਸ ਪ੍ਰਭੂ ਦਾ ਸਿਮਰਨ ਕਰ। ਉਹ ਵਾਹਿਗੁਰੂ ਤੇਰੇ ਤੋਂ ਦੂਰ ਨਹੀਂ, ਸਿਰਫ ਤੇਰੀ ਯਾਦ ਅੰਦਰ ਨਾ ਹੋਣ ਕਰਕੇ ਉਹ ਤੈਨੂੰ ਦੂਰ ਜਾਪਦਾ ਹੈ। ਕਲਗੀਧਰ ਸੱਚੇ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਨੇ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ। ਹੋਰ ਵੀ ਬੜੇ ਸੁੰਦਰ ਪ੍ਰਸੰਗ ਆਉਂਦੇ ਨੇ ਕਿ ਉਹ ਪਰਮੇਸ਼ਰ ਵਾਹਿਗੁਰੂ ਹਰ ਥਾਂ ਤੇ ਹਾਜ਼ਰ ਹੈ, ਹਰ ਜਗ੍ਹਾ ਤੇ ਵਿਆਪਕ ਹੈ। ਤਾਂ ਮਹਾਰਾਜ ਫਰਮਾਉਂਦੇ ਹਨ, ਹਬ ਰੰਗ ਮਾਣੇ ਜਿਸ ਸੰਗ, ਤੈਸਿਉ ਲਾਈਐ ਨੇਹੋ। ਜਿਸ ਪਰਮਾਤਮਾ ਦੀ ਕਿਰਪਾ ਨਾਲ ਤੂੰ ਸਾਰੇ ਰੰਗ ਮਾਣਦਾ ਹੈ, ਰੰਗ ਦਾ ਭਾਵ ਆਨੰਦ, ਸੁਖ। ਅੱਜ ਕੱਲ੍ਹ ਸਮਾਂ ਇਸ ਤਰ੍ਹਾਂ ਦਾ ਬਣ ਚੁੱਕਾ ਹੈ ਕਿ ਹਰ ਚੀਜ਼ ਦਾ ਵਪਾਰੀਕਰਨ ਹੋ ਗਿਆ। ਹਰ ਚੀਜ਼ ਤੁਹਾਨੂੰ ਬਾਜ਼ਾਰ ਵਿੱਚੋਂ ਮਿਲੇਗੀ, ਪਰ ਫਿਰ ਵੀ ਇੱਕ ਚੀਜ਼ ਐਸੀ ਹੈ ਕਿ ਜਿਹੜੀ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਉਹ ਕੀ? ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਤਾਂ ਮਹਾਰਾਜ ਕਹਿੰਦੇ ਜਿਹਦੇ ਕਰਕੇ ਤੂੰ ਖੁਸ਼ੀਆਂ ਮਾਣੇ, ਆਨੰਦ ਮਾਣੇ, ਸੁਖ ਮਾਣੇ, ਸਾਰੇ ਰਸ ਮਾਣਦਾ ਹੈ, ਭੋਗਦਾ ਹੈ, ਉਸ ਵਾਹਿਗੁਰੂ ਦੇ ਨਾਲ ਪ੍ਰੇਮ ਕਿਉਂ ਨਹੀਂ ਕਰਦਾ? ਅਖੀਰ ਪਿੱਛੇ ਤੇ ਉਹ ਹੀ ਹੈ, ਅੱਗੇ ਭਾਵੇਂ ਕੋਈ ਵੀ ਹੋਵੇ। ਗੁਰਬਾਣੀ ਦੀ ਇਹ ਗੱਲ ਬੜੀ ਡੂੰਘੀ ਹੈ ਕਿ ਹਰ ਵਸਤੂ ਦੇ ਪਿੱਛੇ ਪ੍ਰਮਾਤਮਾ ਹੈ। ਦਸਵੇਂ ਪਾਤਸ਼ਾਹ ਦੀ ਬਾਣੀ ਇਸੇ ਕਰਕੇ ਸਮਝ 'ਚ ਨਹੀਂ ਪੈਂਦੀ ਕਿ ਮਹਾਰਾਜ ਕੀ ਕਹੀ ਜਾਂਦੇ ਆ, ਨਮੋ ਸੂਰਜ ਸੂਰਜ। ਪਰ ਮਹਾਰਾਜ ਜੋ ਕਹਿ ਰਹੇ ਨੇ ਉਹ ਸਾਡੀ ਸਮਝ ਤੋਂ ਪਰੇ ਹੈ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਸੂਰਜ ਦੇ ਪਿੱਛੇ ਸੂਰਜ ਹੈ ਉਹ ਕੌਣ ਆ ਦੱਸੋ? ਨਮੋ ਚੰਦਰ ਚੰਦਰੇ। ਜਿਹੜਾ ਚੰਦਰਮਾ ਦੇ ਪਿੱਛੇ ਚੰਦਰਮਾ ਹੈ ਉਹ ਦੱਸੋ ਕੌਣ ਹੈ? ਤਾਂ ਬਾਹਰੋਂ ਵੇਖਣ ਨੂੰ ਜੋ ਮਰਜ਼ੀ ਦਿਖਦਾ ਹੈ, ਅਖੀਰ ਪਿੱਛੇ ਕੌਣ ਹੈ? ਤਾਂ ਹਰ ਦਾਤ ਦੇ ਪਿੱਛੇ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਤਾਂ ਮਹਾਰਾਜ ਕਹਿੰਦੇ ਜਿਹਦੇ ਕਰਕੇ ਤੂੰ ਸਾਰੇ ਆਨੰਦ ਮਾਣਦਾ ਹੈ, ਉਸ ਪਰਮੇਸ਼ਰ ਦੇ ਨਾਲ ਪ੍ਰੇਮ ਕਰ, ਉਹਦਾ ਸਿਮਰਨ ਕਰ, ਉਹਦੇ ਨਾਲ ਪ੍ਰੇਮ ਪਾ ਲੈ। ਸੋ ਸਾਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ। ਉਹ ਸੋ ਮਾਲਕ ਪਤੀ ਪਰਮੇਸ਼ਰ ਬਿੰਦ ਜਿੰਨਾ ਸਮਾਂ ਵੀ ਨਹੀਂ ਭੁੱਲਣਾ ਚਾਹੀਦਾ। ਬਿੰਦ ਕਹਿੰਦੇ ਨੇ ਦੋ ਨਿਮੇਸ਼ਾਂ ਨੂੰ। ਜੇ ਸੌਖੀ ਜੀ ਵਿਆਖਿਆ ਕੀਤੀ ਜਾਵੇ, ਦੋ ਕੁ ਵਾਰੀ ਅੱਖ ਝਮਕੀਏ ਉਹਨੂੰ ਬਿੰਦ ਮੰਨਿਆ ਜਾਂਦਾ ਹੈ। ਐਸਾ ਵਾਹਿਗੁਰੂ ਇੱਕ ਬਿੰਦ ਵੀ ਨਹੀਂ ਭੁੱਲਣਾ ਚਾਹੀਦਾ, ਵਿਸਰਨਾ ਚਾਹੀਦਾ। ਜਿਸ ਵਾਹਿਗੁਰੂ ਨੇ ਏਡਾ ਸੋਹਣਾ ਸਰੀਰ ਸਾਨੂੰ ਬਣਾ ਕੇ ਦਿੱਤਾ ਹੈ। ਸੁਖਮਣੀ ਸਾਹਿਬ ਦਾ ਇੱਥੇ ਸ਼ਬਦ ਬੜਾ ਸੁੰਦਰ ਢੁਕਦਾ ਹੈ, ਰਮਈਆ ਕੇ ਗੁਣ ਚੇਤ ਪੁਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੇ। ਇਸ ਬੰਦੇ ਦਾ ਮੁੱਢ ਕੀ ਹੈ? ਇਹਦਾ ਜਨਮ ਦੇਖੋ ਕਿੱਥੋਂ ਹੁੰਦਾ ਹੈ। ਇਹਦਾ ਜਿਹੜਾ ਮੂਲ ਹੈ ਉਹ ਬਹੁਤਾ ਸੁੰਦਰ ਨਹੀਂ। ਮਹਾਰਾਜ ਕਹਿੰਦੇ ਨੇ ਇਸ ਪਾਨੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦੇਹਰਾ ਕਰਿਆ, ਉਗਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮਹਿ ਜਿਨ ਤੂੰ ਰਾਖਿਆ। ਰਾਖਣ ਹਾਰ ਸਮਾਰ ਜਨਾ, ਸਗਲੇ ਛੋੜ ਵਿਚਾਰ ਮਨਾ।
ਤਾਂ ਜਿਸ ਵਾਹਿਗੁਰੂ ਨੇ ਏਡਾ ਸੋਹਣਾ ਸਰੀਰ ਬਣਾਇਆ ਹੈ, ਜੇ ਅੱਖਾਂ ਨਾ ਲੱਗੀਆਂ ਹੁੰਦੀਆਂ ਕਿੱਦਾਂ ਦਾ ਲੱਗਣਾ ਸੀ? ਕੰਨ ਨਾ ਲੱਗੇ ਹੁੰਦੇ, ਨੱਕ ਨਾ ਹੁੰਦਾ, ਕਿੱਦਾਂ ਦਾ ਲੱਗਣਾ ਸੀ? ਤਾਂ ਜਿਸ ਵਾਹਿਗੁਰੂ ਨੇ ਏਡਾ ਸੋਹਣਾ ਸਰੀਰ ਦਿੱਤਾ ਹੈ, ਉਹਦਾ ਸ਼ੁਕਰ ਕਰ। ਵੈਸੇ ਬੰਦੇ ਦਾ ਸੁਭਾਅ ਹੈ ਕਿ ਜਿੰਨਾ ਚਿਰ ਬੰਦੇ ਕੋਲੇ ਵਸਤੂ ਹੋਵੇ ਇਹਨੂੰ ਉਹਦਾ ਮੁੱਲ ਨਹੀਂ ਪਤਾ ਹੁੰਦਾ। ਜਦੋਂ ਬੰਦੇ ਕੋਲੋਂ ਵਸਤੂ ਚਲੇ ਜਾਂਦੀ ਫਿਰ ਇਹਨੂੰ ਉਹਦਾ ਮੁੱਲ ਚੇਤੇ ਆਉਂਦਾ। ਉਦਾਹਰਣ ਦੇ ਤੌਰ ਤੇ ਤੰਦਰੁਸਤੀ, ਇਹਦਾ ਕੋਈ ਸ਼ੁਕਰ ਨਹੀਂ ਕਰਦਾ, ਪਰ ਜਦੋਂ ਬੰਦਾ ਹਸਪੀਟਲ ਦੇ ਬੈੱਡ ਤੇ ਲੰਮੇ ਪੈ ਜਾਂਦਾ ਹੈ ਫਿਰ ਭਾਈ ਸਾਹਿਬ ਜੀ ਮੇਰੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਕਰਿਓ। ਭਾਈ ਸਾਹਿਬ ਜੀ ਮੈਂ ਕਿਹੜਾ ਸ਼ਬਦ ਪੜ੍ਹਿਆ ਕਰਾਂ, ਤਾਤੀ ਵਾਉ ਨਾ ਲੱਗੇ ਹੀ ਪੜ੍ਹ ਲਿਆ ਕਰਾਂ, ਗੁਰ ਕਾ ਸ਼ਬਦ ਰਖਵਾਰੇ ਪੜ੍ਹ ਲਿਆ ਕਰਾਂ, ਜਾਂ ਫਿਰ 11 ਪਾਠ ਚੌਪਈ ਸਾਹਿਬ ਦੇ ਕਰਿਆ ਕਰਾਂ। ਤਾਂ ਬੰਦੇ ਦਾ ਸੁਭਾਅ ਕੀ ਹੈ ਕਿ ਜਿੰਨਾ ਚਿਰ ਬੰਦੇ ਕੋਲੇ ਵਸਤੂ ਹੈ ਉਹਦੀ ਕਦਰ ਨਹੀਂ। ਜਦੋਂ ਮਨੁੱਖ ਕੋਲੋਂ ਵਸਤੂ ਚਲੇ ਜਾਂਦੀ ਹੈ ਫਿਰ ਇਹਨੂੰ ਉਹਦੀ ਕਦਰ ਪਤਾ ਲੱਗਦੀ ਹੈ। ਬੜੇ ਬੜੇ ਪ੍ਰਸੰਗ ਆਉਂਦੇ ਨੇ, ਸ਼ੇਕਸਪੀਅਰ ਵਰਗੇ ਜਾਂ ਸ਼ੇਖ ਸਾਦੀ ਵਰਗੇ ਮਹਾਤਮਾ ਨਮਾਜ਼ ਪੜ੍ਹਨ ਮਨ ਬੇਈਮਾਨ ਹੋਇਆ, ਇੱਕ ਸੱਜਣ ਜੀ ਦੀਆਂ ਲੱਤਾਂ ਵੀ ਨਹੀਂ, ਉਹ ਰਿੜ ਕੇ ਨਮਾਜ਼ ਪੜ੍ਹਨ ਵਾਸਤੇ ਜਾ ਰਿਹਾ, ਨਮਾਜ਼ ਦਾ ਟਾਈਮ ਹੋ ਗਿਆ। ਸਾਦੀ ਨੇ ਆਪਣੇ ਮਨ ਨੂੰ ਸਮਝਾਇਆ, ਸਾਦੀ ਦੇਖ ਜਿਹਨੂੰ ਰੱਬ ਨੇ ਲੱਤਾਂ ਨਹੀਂ ਦਿੱਤੀਆਂ ਉਹ ਵੀ ਮਸੀਤੇ ਜਾਂਦਾ ਹੈ, ਤੈਨੂੰ ਤੇ ਰੱਬ ਨੇ ਕਿੱਡਾ ਸੋਹਣਾ ਸਰੀਰ ਦਿੱਤਾ, ਤੂੰ ਕਿਉਂ ਮਸੀਤੇ ਨਹੀਂ ਜਾਂਦਾ? ਇਹ ਕੀ ਆ ਸਮਝਾਉਣਾ। ਤਾਂ ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੈ। ਸਾਦੀ ਸਾਹਿਬ ਦੇ ਜੀਵਨ 'ਚ ਇੱਕ ਬੜੀ ਸੁੰਦਰ ਘਟਨਾ ਆਉਂਦੀ ਹੈ। ਇੱਕ ਨੌਜਵਾਨ ਕੁੱਤੇ ਨੂੰ ਨਾਲ ਲੈ ਕੇ, ਕੁੱਤਾ ਕੇ ਬੱਕਰੀ ਇੱਦਾਂ ਕੁਝ ਉਹਨਾਂ ਦਾ ਜ਼ਿਕਰ ਆਉਂਦਾ ਹੈ ਪੋਥੀ ਦੇ ਵਿੱਚ, ਸਵੇਰੇ ਸਵੇਰੇ ਕਸਰਤ ਕਰਨ ਜਾਂਦਾ, ਖੇਡਣ ਜਾਂਦਾ, ਖੇਡ ਮੱਲ ਕੇ ਵਾਪਸ ਆਉਂਦਾ। ਜਦੋਂ ਜਾਂਦਾ ਪਿਆ ਸੀ ਤੇ ਉਹਦੇ ਗਲ ਦੇ ਵਿੱਚ, ਕੁੱਤੇ ਦੇ ਗਲ ਦੇ ਵਿੱਚ ਰੱਸੀ, ਪਟਾ, ਸੰਗਲੀ ਕਹਿ ਲਓ। ਸਾਦੀ ਬੜਾ ਮੂੰਹ ਫੱਟ ਫਕੀਰ ਸੀ, ਬੇਪਰਵਾਹ ਫਕੀਰ ਸੀ। ਉਹ ਕਹਿੰਦਾ ਇਹ ਜਿਹੜੀ ਤੂੰ ਗਲ ਦੇ ਵਿੱਚ ਸੰਗਲੀ ਪਾਈ ਆ ਇਹਦੇ ਕਰਕੇ ਵੱਜਾ। ਉਹ ਬੱਚਾ ਕਸਰਤ ਕੀਤੀ, ਖੇਡਿਆ, ਆਉਂਦਿਆਂ ਫਿਰ ਉਹਨੇ ਸੰਗਲੀ ਲਾ ਕੇ ਮੋਢੇ ਤੇ ਰੱਖ ਲਈ। ਕੁੱਤਾ ਕਦੀ ਅੱਗੇ ਕਦੀ ਪਿੱਛੇ, ਨਾਲੇ ਸਾਦੀ ਕੋਲੇ 5 ਮਿੰਟ ਖਲੋਤਾ। ਸਾਦੀ ਸਾਹਿਬ ਕੋਲੇ ਜਦੋਂ ਖਲੋਤਾ ਕਦੀ ਪੈਰ ਚੱਟੇ, ਕਦੀ ਪੂਛ ਮਾਰੇ। ਉਹ ਨੌਜਵਾਨ ਸ਼ੇਖ ਸਾਦੀ ਸਾਹਿਬ ਨੂੰ ਕੀ ਕਹਿੰਦਾ? ਕਹਿੰਦਾ ਇਹ ਸੰਗਲੀ ਦਾ ਨਹੀਂ ਵੱਜਾ, ਇਹ ਰੱਸੀ ਦਾ ਨਹੀਂ ਵੱਜਾ, ਜਿਹੜੀਆਂ ਬੁਰਕੀਆਂ ਮੈਂ ਇਹਦੇ ਮੂੰਹ 'ਚ ਪਾਉਂਦਾ ਰਿਹਾ ਵਾਂ ਇਹ ਉਹਨਾਂ ਪਰਉਪਕਾਰਾਂ ਦਾ ਵੱਜਾ ਹੈ, ਇਹਨੂੰ ਸੰਗਲੀ ਦੀ ਲੋੜ ਨਹੀਂ। ਸਾਦੀ ਬੜਾ ਸਾਧੂ ਲੋਕ ਸੀ, ਮਹਾਤਮਾ ਸੀ। ਉਹਨੇ ਆਪਣੇ ਮਨ ਨੂੰ ਸਮਝਾਇਆ, ਕਿਉਂ ਸਮਝਾਉਣਾ ਤੇ ਆਪਣੇ ਮਨ ਨੂੰ ਹੈ। ਸਿੱਖਿਆ ਕਿਤੋਂ ਵੀ ਮਿਲ ਜੇ ਤਾਂ ਉਹਨੇ ਆਪਣੇ ਮਨ ਨੂੰ ਸਮਝਾਇਆ ਕਿ ਦੇਖ ਸਾਦੀ, ਇੱਕ ਕੁੱਤੇ ਨੂੰ 2 ਬੁਰਕੀਆਂ ਪਾ ਦਈਏ ਤੇ ਉਹ ਪੈਰ ਚੱਟਦਾ ਫਿਰਦਾ, ਅੱਗੇ ਪਿੱਛੇ ਪੂਛ ਮਾਰਦਾ ਫਿਰਦਾ ਹੈ। ਗੁੱਸਾ ਨਾ ਕਰਿਓ, ਵਾਹਿਗੁਰੂ ਨੇ ਤੈਨੂੰ ਕਿੰਨੀਆਂ ਕੁ ਬੁਰਕੀਆਂ ਪਾਈਆਂ ਨੇ, ਰੱਬ ਨੇ ਤੈਨੂੰ ਕਿੰਨਾ ਕੁ ਕੁਝ ਦਿੱਤਾ ਹੈ, ਤੇ ਫਿਰ ਵੀ ਰੱਬ ਦੇ ਨਾਲ ਨਾਰਾਜ਼, ਫਿਰ ਵੀ ਬੰਦਗੀ ਦੇ ਵਿੱਚ ਬੇਪਰਵਾਹੀ ਕਥਾ। ਤਾਂ ਮਹਾਰਾਜ ਬੜਾ ਸੁੰਦਰ ਸਮਝਾਉਂਦੇ ਨੇ ਕਿ ਜੋ ਵੀ ਦਿੱਤਾ ਹੈ ਅੱਗਿਓਂ ਦੇਖਣ ਨੂੰ ਕੁਝ ਹੋਰ ਲੱਗਦਾ, ਪਿੱਛੇ ਤੇ ਪ੍ਰਮਾਤਮਾ ਹੀ ਹੈ ਸਭ। ਇਸ ਕਰਕੇ ਰਮਈਆ ਕੇ ਗੁਣ ਚੇਤ ਪ੍ਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨੇ ਤੇਰੇ ਉੱਤੇ ਏਡੀ ਵੱਡੀ ਕਿਰਪਾ ਕੀਤੀ ਹੈ। ਪੌੜੀ ਜੀਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ। ਜਿਸ ਵਾਹਿਗੁਰੂ ਨੇ ਜੀਓ
ਆਤਮਾ ਇਸ ਸਰੀਰ ਦੇ ਵਿੱਚ ਪਾਈ। ਫਿਰ ਕੱਲੀ ਆਤਮਾ ਨਾਲ ਵੀ ਕੰਮ ਨਹੀਂ ਚੱਲਦਾ, ਪ੍ਰਾਣ ਸਵਾਸ ਵੀ ਇਸ ਸਰੀਰ ਦੇ ਵਿੱਚ ਪਾਏ। ਫਿਰ ਤਨ, ਬਾਹਰਲਾ ਸਰੀਰ, ਸਥੂਲ ਸਰੀਰ ਜਿਹੜਾ ਦਿਖਣ ਦੇ ਵਿੱਚ ਆਉਂਦਾ ਹੈ, ਜਿਹਦੇ ਨਾਲ ਅਸੀਂ ਦੁੱਖ ਸੁੱਖ ਭੋਗਦੇ, ਜਿਹਦੇ ਨਾਲ ਅਸੀਂ ਸਭ ਕੁਝ ਕਰਦੇ ਹਾਂ, ਸਥੂਲ ਸਰੀਰ ਦਿੱਤਾ, ਧਨ ਪੈਸਾ ਦਿੱਤਾ, ਔਰ ਪਦਾਰਥਾਂ ਦੇ ਰਸ ਭੋਗਣ ਵਾਸਤੇ ਜਿਸ ਵਾਹਿਗੁਰੂ ਪਰਮੇਸ਼ਰ ਜੀ ਨੇ ਇਸ ਨੂੰ ਦਿੱਤੇ। ਗ੍ਰਹਿ ਮੰਦਰ ਰਥ ਆਸ ਦੀਏ, ਰਚ ਭਲੇ ਸੰਜੋਗ। ਗ੍ਰਹਿ ਤੇ ਮੰਦਰ, ਪੱਕੇ ਘਰ, ਕੱਚੇ ਘਰ, ਜਾਂ ਮਹਿਲ ਮਾੜੀਆਂ, ਜਾਂ ਮਕਾਨ ਜਿਸ ਵਾਹਿਗੁਰੂ ਨੇ ਦਿੱਤੇ, ਰਥ ਦਿੱਤੇ, ਹਾਥੀ ਘੋੜੇ ਦਿੱਤੇ, ਚੜ੍ਹਨ ਵਾਸਤੇ ਸਵਾਰੀਆਂ ਦਿੱਤੀਆਂ, ਔਰ ਭਲੇ ਸੰਜੋਗ ਰਚੇ। ਭਲੇ ਸੰਜੋਗ ਕੀ, ਚੰਗੀ ਘਰ ਵਾਲੀ ਦਿੱਤੀ, ਚੰਗਾ ਮਾਤਾ ਪਿਤਾ ਦਿੱਤਾ। ਭਲੇ ਸੰਜੋਗ ਕੀ, ਚੰਗੇ ਬੱਚੇ ਦਿੱਤੇ ਜਿਹੜੇ ਤੇਰੀ ਸੇਵਾ ਕਰ ਸਕਣ। ਸੁਖਮਣੀ ਸਾਹਿਬ ਦੀ ਇਹ ਅਸ਼ਟਪਦੀ ਦਾ ਇਹ ਸ਼ਬਦ ਇੱਕ ਹਿਸਾਬ ਨਾਲ ਟਰਾਂਸਲੇਸ਼ਨ ਹੀ ਹੈ ਸਾਰਾ। ਮਹਾਰਾਜ ਕਹਿੰਦੇ ਜਦੋਂ ਤੂੰ ਬੱਚਾ ਸੀ ਉਦੋਂ ਰੱਬ ਨੇ ਦੁੱਧ ਬਣਾ ਕੇ ਭੇਜਿਆ, ਜਦੋਂ ਤੂੰ ਨੌਜਵਾਨ ਹੋਇਆ ਉਦੋਂ ਰੱਬ ਨੇ ਭੋਜਨ ਦਿੱਤੇ, ਅੱਜ ਜੇ ਤੂੰ ਬੁੱਢਾ ਹੋ ਗਿਆ ਹੈ ਤੇ ਫਿਕਰ ਨਾ ਕਰ, ਪਰਮਾਤਮਾ ਨੇ ਸੱਜਣ ਦਿੱਤੇ ਨੇ, ਸਾਕ ਦਿੱਤੇ ਨੇ ਜਿਹੜੇ ਤੇਰੇ ਮੂੰਹ ਦੇ ਵਿੱਚ ਬੁਰਕੀਆਂ ਪਾਉਣਗੇ, ਜਿਹੜੇ ਤੇਰੇ ਮੂੰਹ ਦੇ ਵਿੱਚ ਪਾਣੀ ਪਾਉਣਗੇ। ਹੁਣ ਇਹ ਸਾਰਾ ਸ਼ਬਦ ਬੜਾ ਸੁੰਦਰ ਸੁਖਮਣੀ ਸਾਹਿਬ ਚ ਮਹਾਰਾਜ ਜੀ ਨੇ ਅੰਕਿਤ ਕੀਤਾ ਹੈ। ਤਾਂ ਮਹਾਰਾਜ ਕੀ ਫਰਮਾਉਂਦੇ ਨੇ, ਜਿੰਤੂ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨਹਿ ਉਬਾਰੇ, ਬਾਰ ਬਵਿਸਥਾ ਤੁਝਹਿ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਊਪਰ ਸਾਗ ਸੈਨ, ਮੁਖ ਅਪਿਆਓ ਬੈਠ ਕੋ ਦੇਨ। ਤੇਰੇ ਬੈਠੇ ਬਿਠਾਏ ਦੇ ਮੂੰਹ ਦੇ ਵਿੱਚ ਪਾਉਣਗੇ। ਵੈਸੇ ਇੱਕ ਸੱਜਣ ਨੇ ਨਾ ਗੁਰਬਾਣੀ ਤੇ ਕਿੰਤੂ ਕੀਤਾ ਸੀ ਵੀ ਇਹ ਕਾਹਦੀ ਸੁਖਮਣੀ ਆ। ਇਹਦੇ ਵਿੱਚ ਲਿਖਿਆ ਜਿੰਨੇ ਤੈਨੂੰ ਠੰਡਾ ਪਾਣੀ ਪੀਣ ਨੂੰ ਦਿੱਤਾ ਉਹਦਾ ਧੰਨਵਾਦ ਕਰ। ਇਹ ਕੋਈ ਗੱਲ ਹੈ ਵੀ ਜਿੰਨੇ ਠੰਡਾ ਪਾਣੀ ਪੀਣ ਨੂੰ ਦਿੱਤਾ ਹੈ? ਜੇ ਪ੍ਰਸਾਦ ਪੀਵੈ ਸੀਤਲ ਜਲਾ, ਜਿੰਨੇ ਤੈਨੂੰ ਠੰਡਾ ਪਾਣੀ ਪੀਣ ਨੂੰ ਦਿੱਤਾ ਉਹਦਾ ਧੰਨਵਾਦ ਕਰ। ਜਾਂ ਗੁਰਬਾਣੀ ਦੇ ਵਿੱਚ ਆਉਂਦਾ, ਜਿਨ ਦੀਆ ਤੁਧ ਪਵਨ ਅਮੋਲਾ, ਜਿਸ ਵਾਹਿਗੁਰੂ ਨੇ ਤੈਨੂੰ ਮੁੱਲ ਤੋਂ ਰਹਿਤ ਹਵਾ ਦਿੱਤੀ ਉਹਦਾ ਧੰਨਵਾਦ ਕਰ। ਇਹ ਕਿੱਦਾਂ ਦੀ ਬਾਣੀ ਹੈ। ਪਰ ਅੱਜ ਤੁਸੀਂ ਦੇਖੋ, ਅੱਜ ਜਦੋਂ ਕਰੋਨਾ ਵਾਇਰਸ ਆਇਆ, ਸਾਹ ਲੈਣਾ ਹੀ ਬਿਮਾਰੀ ਬਣ ਗਈ। ਹੁਣ ਸਾਹ ਤੋਂ ਬਿਨਾਂ ਅਸੀਂ ਜ਼ਿੰਦਗੀ ਨਹੀਂ ਕੱਟ ਸਕਦੇ, ਸਾਹ ਤੋਂ ਬਿਨਾਂ ਸਾਡੀ ਮੌਤ ਹੈ। ਪਰ ਕੀ ਕਰੀਏ, ਸਾਹ ਲਈਏ ਤੇ ਸਾਹ ਦੇ ਨਾਲ ਹੀ ਬਿਮਾਰੀ ਜਾਣੀ ਹੈ। ਸਾਹ ਲੈਣਾ ਹੀ ਮੌਤ ਬਣ ਚੁੱਕੀ ਹੈ, ਸਾਹ ਲੈਣਾ ਹੀ ਬਿਮਾਰੀ ਬਣ ਚੁੱਕੀ ਹੈ। ਮਹਾਰਾਜ ਕੀ ਕਹਿੰਦੇ ਨੇ, ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ। ਜਿਸ ਵਾਹਿਗੁਰੂ ਨੇ ਮੁੱਲ ਤੋਂ ਰਹਿਤ ਤੈਨੂੰ ਪਾਣੀ ਦਿੱਤਾ, ਉਹਦੀ ਕਦਰ ਕਿਉਂ ਨਹੀਂ ਕਰਦਾ? ਉਹਦਾ ਸ਼ੁਕਰ ਕਿਉਂ ਨਹੀਂ ਕਰਦਾ? ਤਾਂ ਭਲੇ ਸੰਜੋਗ ਮੈਨੇ ਚੰਗੇ ਮਾਤਾ ਪਿਤਾ ਦਿੱਤੇ ਨੇ, ਚੰਗੇ ਬੱਚੇ ਦਿੱਤੇ ਨੇ, ਜਾਂ ਹੋਰ ਪਦਾਰਥਾਂ ਦੇ ਸੰਜੋਗ, ਪਦਵੀਆਂ ਦੇ ਸੰਜੋਗ ਦਿੱਤੇ, ਜਿਸ ਕਰਕੇ ਤੈਨੂੰ ਪਦਾਰਥ ਪ੍ਰਾਪਤ ਹੁੰਦੇ ਨੇ, ਪਦਵੀ ਪ੍ਰਾਪਤ ਹੁੰਦੀ। ਮੁਹੰਮਦ ਸਾਹਿਬ ਦੇ ਜੀਵਨ ਦੀ ਇੱਕ ਗਾਥਾ ਚੇਤੇ ਆ ਗਈ। ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਸਭ ਤੋਂ ਛੋਟੀ ਘਰ ਵਾਲੀ ਸੀ ਨਾ, ਬੀਬੀ ਫਾਤਮਾ, ਜਿਹਨੂੰ ਇਸਲਾਮ ਦੀ ਮਾਂ ਦਾ ਰੁਤਬਾ, ਵੀ ਇਹ ਮੋਮਨਾਂ ਦੀ ਮਾਂ ਹੈ। ਉਹਨੇ ਮੁਹੰਮਦ ਸਾਹਿਬ ਨੂੰ ਪੁੱਛਿਆ
कि औरत उत्ते सब तो वध हक किहदा है, तां मुहम्मद साहब कहिंदे विआह तो पहलां प्यो दा, मैंने परिवार दा, ते विआह तो बाद उहदे घर वाले दा। बीबी बड़ी सियाणी सी, वो मुहम्मद साहब नूं एक टिकाणे ते लियाउणा चाहुंदी सी, एक थां ते लिजाउणा चाहुंदी सी विचार करके। उन्हें आख्या मर ये गल करन तो बाद ना भी औरत उत्ते किहदा हक है, ते फिर कुदरती सवाल पैदा होंदा मर्द उत्ते किहदा हक है। उहदे मन की इच्छा सी कि मुहम्मद साहब हुण ओह गल कहणगे। मुहम्मद साहब कहिंदे विआह तो पहलां मां दा हक है। बीबी जी खुश हो गए भी विआह तो बाद मेरा हक है, पर मुहम्मद साहब ने जिहड़ा जवाब दिता बीबी नाराज हो गई, इस्लाम दी मां निराश हो गई। मुहम्मद साहब कहिंदे विआह तो बाद भी मां दा हक है, निराश हो गई। कहिंदी फिर किन्ना क हक है? कहिंदे जे मैं नमाज अदा करदा हां। देखो इस्लाम धर्म कई गल्लां विच साडे तो बहुत अगे, भावें कि सिख धर्म सारे धर्मां नालों उच्चा है जिहड़े इहदे गुण ने, पर कई गल्लां च बड़ा अगे। जिवें नमाज अदा करनी, नमाज दा टाइम होया दुकानां बंद, नमाज दा टाइम होया तो अगलियां ने एयरपोर्टां उत्ते भी कमरे बनाए हैं जिथे बह के नमाज पढ़ो। साडा कोई सिख है, अमृतसर साहब किड्डा वड्डा बाजार है, कोई विरले सिख होणगे रहरा साहब दा टाइम होया तो चलो भाई हाजरी भरो। वो नमाज नहीं अपनी छड्डदे, भावें मरदे होण, भावें जंग लगी होवे, भावें कुछ भी होवे। तां मुहम्मद साहब कहिंदे जे मैं नमाज भी पढ़दा होवां, अदा करदा होवां, ते मेरी मां मैनू आवाज़ मार के कवे मुस्तफा, तां मैं विचे नमाज छड्ड के भी उठूंगा ते अपनी मां नू पुछूंगा मां तैनू की तकलीफ है। हालांकि कोई भी मोमन नमाज नहीं अपनी छड्डदा, भावें जो मर्जी हो जाए। तां महाराज कहिंदे ने कि जिन्हें तेनू भले संजोग दिते, हुण इहो जे बच्चे किसे नू मिलणगे जिहड़े मां प्यो की सेवा कर, इहो जिहा परिवार किसे नू मिलेगा? ये गल निबड़दी आ सज्जणा संजोगां ते। मत एवें वहम पाली, पदार्थ भी संजोगां उत्ते है ते पदवी भी संजोगां उत्ते है, वडियाई भी संजोगां उत्ते है। ते याद रखी हमेशा संजोग रहने नहीं, क्यों संजोग दे नाल वियोग भी खलोते ने, वियोग भी आने ने। तां जिस वाहिगुरू ने भले संजोग दिते हन, सुत बनता साजन सेवक दिए प्रभ देवन जोग। जिस वाहिगुरू ने पुत्र दिता है, बनता घर वाली दिती है, सज्जन दिते ने, सेवादार दिते ने, देवन योग प्रभु ने ये सब कुछ तेनू दिता है। हर सिमरत तन मन हरिया लह जाए विजोग। ऐसे वाहिगुरू दा तू सिमरन क्यों नहीं करता? जे ऐसे वाहिगुरू दा सिमरन करें तां तेरा मन तन हरिया रहा करे, खिड़िया रहा करे, आनंद विच रहा करे। ते जिहड़े वियोग ने, जिन्हां संजोगां बाद आउणा ही आउणा है, वो वियोग भी तेनू मरण दा जां पदार्थां दा वियोग, मरण दा वियोग, विछोड़े दा वियोग तेनू कदी भी नहीं लगेगा। साध संग हर गुण रमहो बिन से सब रोग। साधुआं दे संग विच बह के वाहिगुरू जी दे गुणां नू उचारण करो, उन्हां दे गुणां नू याद करो, जिस करके तेरे सारे रोग मिट जाणगे। आओ नाल नाल जो लड़ीवार कथा चल रही है ਇਹਦੀ भी विचार करने का यतन करिए। धन गुरु रामदास साहब महाराज
ਕਿਰਪਾ ਕਰ ਰਹੇ ਹਨ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲਿਆ ਹਰ ਉਰ ਧਾਰੇ। ਸਤਿਗੁਰੂ ਜਿਹੜਾ ਹੈ ਉਹ ਵੱਡਿਆਂ ਤੋਂ ਵੀ ਵੱਡਾ ਹੈ, ਉਹ ਪੁਰਖ ਪੂਰਾ ਹੈ, ਉਹਦੇ ਵਰਗਾ ਹੋਰ ਕੋਈ ਦਾਤਾ ਨਹੀਂ। ਸਤਿਗੁਰੂ ਦੇ ਨਾਲ ਮਿਲਣ ਕਰਕੇ ਸਭ ਤੋਂ ਵੱਡੀ ਦਾਤ ਕੀ ਪ੍ਰਾਪਤ ਹੁੰਦੀ ਹੈ ਕਿ ਵਾਹਿਗੁਰੂ ਜੀ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਵੈਸੇ ਧਾਰਮਿਕ ਗ੍ਰੰਥਾਂ ਵਿੱਚ, ਉਪਨਿਸ਼ਦਾਂ 'ਚ ਇਹ ਗੱਲ ਆਉਂਦੀ ਹੈ। ਕਿਸੇ ਸੱਜਣ ਨੇ ਸਵਾਲ ਕੀਤਾ ਵੀ ਭਗਵਾਨ ਦੇ ਦਰਸ਼ਨ ਹੋ ਸਕਦੇ, ਰੱਬ ਦੇ ਦਰਸ਼ਨ ਹੋ ਸਕਦੇ? ਉਹ ਕਹਿੰਦੇ ਹੋ ਸਕਦੇ, ਪਰ ਜਾਪ ਬਹੁਤ ਕਰਨਾ ਪੈਂਦਾ ਹੈ। ਕਹਿੰਦੇ ਕਿੰਨਾ ਕੁ? ਕਹਿੰਦੇ ਜੇ 36 ਅੱਖਰ ਹੋਣ ਨਾ ਮੰਤਰ ਦੇ, 36 ਅੱਖਰ ਮੰਨ ਲਓ ਮੂਲ ਮੰਤਰ ਹੀ ਹੈ, ਉਹਦਾ ਕੋਈ ਸੱਜਣ 3.5 ਕਰੋੜ ਜਾਪ ਕਰੇ, ਹੋ ਸਕਦੇ ਆ? ਕਹਿੰਦੇ ਕਿਉਂ ਨਹੀਂ ਹੋ ਸਕਦਾ? ਜੇ ਮੰਤਰ ਛੋਟਾ ਹੋਵੇ, ਜਿਵੇਂ ਵਾਹਿਗੁਰੂ ਗੁਰ ਮੰਤਰ ਹੈ ਜਾਂ ਰਾਮ ਹੈ, ਹਿੰਦੂ ਧਰਮ ਦਾ ਰਾਮ ਨਾਮ ਹੈ, ਮੁਸਲਮਾਨ ਅੱਲਾਹੂ ਅੱਲਾਹੂ ਕਰੀ ਜਾਂਦੇ ਆ, ਤਾਂ ਕਹਿੰਦੇ 13 ਕਰੋੜ ਉਹਦਾ ਚੌਂਕੜਾ ਮਾਰ ਕੇ ਜਾਪ ਕਰ ਕਿਉਂ ਨਾ ਹੋਣਗੇ? ਚਲੋ ਇਹ ਗੱਲ ਵੱਖਰੀ ਹੈ, ਉਹ ਮਾਲਕ ਦੀ ਮਰਜ਼ੀ ਹੈ, ਸਤਿਗੁਰੂ ਦੀ ਮਰਜ਼ੀ ਹੈ। ਇਹ ਗੱਲ ਹੈ ਪ੍ਰੇਮ ਪਾਉਣ ਦੀ ਤੇ ਮਨ ਨੂੰ ਇਕਾਗਰ ਕਰਦੀ। ਗੁਰੂ ਸਾਹਿਬ ਕਿਰਪਾ ਕਰਨ ਤੇ ਭਾਵੇਂ 1 ਸਕਿੰਟ 'ਚ ਹੀ ਕਿਰਪਾ ਕਰ ਦੇਣ, ਇਹ ਤਾਂ ਮਾਲਕ ਦੀ ਮਰਜ਼ੀ ਹੈ। ਤਾਂ ਸਤਿਗੁਰੂ ਸਭ ਤੋਂ ਵੱਡਾ ਦਾਤਾ ਕਿਉਂ ਹੈ? ਸਤਿਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਨਾਮ ਸਾਡੇ ਔਰ ਹਿਰਦੇ ਦੇ ਵਿੱਚ ਧਾਰ ਲਈਦਾ ਹੈ, ਵਸ ਜਾਂਦਾ ਹੈ। ਜੀਅ ਦਾਨ ਗੁਰ ਪੂਰੈ ਦੀਆ, ਹਰ ਅੰਮ੍ਰਿਤ ਨਾਮ ਸਮਾਰੇ। ਕਿਉਂਕਿ ਸਤਿਗੁਰੂ ਸਦਾ ਦਾ ਜੀਵਨ ਦਾਨ ਦਿੰਦਾ ਹੈ। ਸਤਿਗੁਰੂ ਐਸੀ ਪਦਵੀ ਦਿੰਦਾ ਹੈ, ਐਸੀ ਅਵਸਥਾ ਦਿੰਦਾ ਜਿਹਦੇ ਉੱਤੇ ਮੌਤ ਦਾ ਅਸਰ ਨਹੀਂ, ਜਿਹਦੇ ਉੱਤੇ ਦੁੱਖ ਦਾ ਅਸਰ ਨਹੀਂ, ਜਿਹਦੇ ਉੱਤੇ ਬਿਮਾਰੀਆਂ ਦਾ ਅਸਰ ਨਹੀਂ, ਜਿਹਦੇ ਉੱਤੇ ਬੁਢੇਪੇ ਦਾ ਅਸਰ ਨਹੀਂ। ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਐਸੀ ਅਵਸਥਾ ਦਿੰਦਾ ਹੈ, ਸਦਾ ਜੀਵਨ ਦੀ ਅਵਸਥਾ। ਤਾਂ ਸਤਿਗੁਰੂ ਦਾਨ ਰੂਪ ਦੇ ਵਿੱਚ ਦਿੰਦੇ ਨੇ ਪੂਰੇ ਗੁਰੂ, ਪਰ ਮਿਲਦੀ ਕਿਹਨੂੰ ਹੈ? ਕਿਰਪਾ ਕਿਹਦੇ ਤੇ ਹੁੰਦੀ ਹੈ? ਜਿਹੜਾ ਅੰਮ੍ਰਿਤ ਰੂਪੀ ਨਾਮ ਨੂੰ ਸੰਭਾਲਦਾ ਹੈ, ਜਿਹੜਾ ਅੰਮ੍ਰਿਤ ਰੂਪੀ ਨਾਮ ਨੂੰ ਜਪਦਾ ਹੈ। ਰਾਮ ਗੁਰ ਹਰਿ ਹਰਿ ਨਾਮ ਕੰਠ ਧਾਰੇ। ਇਹ ਭਾਈ ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਕੰਠ ਹਿਰਦੇ ਦੇ ਵਿੱਚ ਧਾਰਨਾ ਕਰ, ਮਨ ਬਾਣੀ ਕਰਕੇ ਇਹਨੂੰ ਧਾਰ ਲੈ। ਗੁਰਮੁਖ ਕਥਾ ਸੁਣੀ ਮਨ ਭਾਈ, ਧਨ ਧਨ ਵੱਡ ਭਾਗ ਹਮਾਰੇ। ਜਦੋਂ ਅਸੀਂ ਗੁਰਮੁਖਾਂ ਪਾਸੋਂ ਨਾਮ ਦੀ ਮਹਿਮਾ ਦੀ, ਸਤਿਗੁਰੂ ਦੀ ਮਹਿਮਾ ਦੀ, ਸਤ ਸੰਗਤ ਦੀ ਮਹਿਮਾ ਦੀ ਕਥਾ ਸੁਣੀ ਤਾਂ ਸਾਡੇ ਮਨ ਨੂੰ ਭਾ ਗਈ। ਸਾਡੇ ਭਾਗ ਜਿਹੜੇ ਨੇ ਉਹ ਮਨ ਬਾਣੀ ਕਰਕੇ ਬਹੁਤੇ ਵੱਡੇ ਨੇ, ਕਿਉਂਕਿ ਸਾਨੂੰ ਗੁਰੂ ਦੀ ਕਥਾ ਸੁਣਨ ਨੂੰ ਚੰਗੀ ਲੱਗਦੀ ਹੈ। ਰਹਾਓ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕੋਟ ਕੋਟ 33 ਤੇ ਆਵਹੇ, ਤਾਕਾ ਅੰਤ ਨਾ ਪਾਵਹੇ ਪਾਰੇ। ਕਰੋੜਾਂ ਦੇਵਤੇ ਨੇ ਜਿਨ੍ਹਾਂ ਦੀ ਗਿਣਤੀ 33 ਕੋਟ ਆਉਂਦੀ ਹੈ। ਇਹਦੇ ਦੋ ਅਰਥ ਵਿਦਵਾਨ ਕਰਦੇ ਨੇ, ਜਾਂ ਤੇ 33 ਕਰੋੜ ਤੇ ਜਾਂ ਫਿਰ 33 ਕੋਟ ਮੈਨੇ ਕਿਸਮਾਂ। ਮੁੱਖ ਦੇਵਤੇ 33 ਨੇ, 33 ਤਰ੍ਹਾਂ ਦੇ, ਜਿਹਨੂੰ ਆਪਾਂ ਕਹਿ ਦਿੰਦੇ ਵੀ ਕਿਸਮਾਂ, 33 ਤਰ੍ਹਾਂ ਦੇ। ਕੋਟ ਸ਼ਬਦ ਦੇ ਦੋ ਅਰਥ ਹੁੰਦੇ ਨੇ, ਜਾਂ 33 ਕਰੋੜ ਜਾਂ ਫਿਰ 33 ਕਿਸਮਾਂ ਦੇ ਮੁੱਖ ਦੇਵਤੇ। ਇਹ ਕਰੋੜਾਂ ਹੀ ਵਿਧੀਆਂ ਦੇ ਨਾਲ
33 ਕਰੋੜ ਦੇਵਤੇ ਕਰੋੜਾਂ ਹੀ ਵਿਧੀਆਂ ਦੇ ਨਾਲ ਵਾਹਿਗੁਰੂ ਜੀ ਨੂੰ ਧਿਆਉਂਦੇ ਨੇ, ਪਰ ਵਾਹਿਗੁਰੂ ਜੀ ਦਾ ਅੰਤ ਜਿਹੜਾ ਹੈ ਉਹ ਕਿਸੇ ਤੋਂ ਵੀ ਪਾਇਆ ਨਹੀਂ ਜਾਂਦਾ। ਹਿਰਦੈ ਕਾਮ ਕਾਮਨੀ ਮੰਗਹਿ, ਰਿਦ ਮੰਗਹਿ ਹਾਥ ਪਸਾਰੇ। ਕਿਉਂ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ? ਕਿਉਂਕਿ ਹਿਰਦੇ ਵਿੱਚ ਕਾਮ ਬੈਠਾ ਹੈ। ਕਾਮ ਕਹਿੰਦੇ ਇੱਛਾ ਨੂੰ, ਇੱਛਾ ਨਹੀਂ ਮਰਦੀ। ਤੇ ਕਾਮ ਨਹੀਂ ਕਹਿੰਦੇ ਇਸਤਰੀ ਨੂੰ। ਇਸਤਰੀ ਆਦਿਕ ਪਦਾਰਥ, ਇਸਤਰੀ ਹੋ ਗਈ, ਪੈਸਾ ਹੋ ਗਿਆ। ਹਿਰਦੇ ਦੇ ਵਿੱਚ ਇਹ ਚੀਜ਼ਾਂ ਮੇਰੇ ਬੈਠੀਆਂ ਹੋਈਆਂ ਨੇ, ਇਹ ਵਸਤੂਆਂ ਹੀ ਮੈਂ ਰੱਬ ਤੋਂ ਮੰਗਦਾ ਰਹਿਣਾ ਹਾਂ, ਜਿਸ ਕਰਕੇ ਵਾਹਿਗੁਰੂ ਦੀ ਮੈਨੂੰ ਪ੍ਰਾਪਤੀ ਹੁੰਦੀ ਨਹੀਂ। ਹਿਰਦੈ ਕਾਮ ਕਾਮਨੀ ਮੰਗ ਹੈ, ਹਰ ਮੰਗ ਹੈ ਹਾਥ, ਰਿੱਧ ਮੰਗ ਹੈ ਹਾਥ ਪਸਾਰੇ। ਤੇ ਰਿੱਧੀਆਂ ਸਿੱਧੀਆਂ ਦੀ ਦਾਤ ਹੀ ਵਾਹਿਗੁਰੂ ਤੋਂ ਮੰਗਦੇ ਰਹਿੰਦੇ ਨੇ ਕਿ ਹੇ ਵਾਹਿਗੁਰੂ ਸਾਨੂੰ ਸ਼ਕਤੀਆਂ ਦੇ, ਸਾਨੂੰ ਤਾਕਤਾਂ ਦੇ। ਇਸ ਕਰਕੇ ਦੇਵਤਿਆਂ ਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਖੋ ਔਰ ਧਾਰੇ। ਇਹ ਭਾਈ ਗੁਰਮੁਖ ਜਿਹੜੇ ਮੁਖੀ ਗੁਰੂ ਨੇ, ਉਹਨਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰ ਕੇ ਰੱਖ ਕਿ ਵਾਹਿਗੁਰੂ ਜੀ ਸਭ ਤੋਂ ਵੱਡੇ ਵਡੇਰੇ ਨੇ, ਤੇ ਉਹਨਾਂ ਦੇ ਹਰੀ ਜਸ ਨੂੰ ਜਪਿਆ ਕਰ, ਉਹਨਾਂ ਦੀ ਉਸਤਤ ਕਰਿਆ ਕਰ, ਉਹਨਾਂ ਦੀ ਉਸਤਤ ਕਰਨ ਦੀ ਦਾਤ ਮੰਗ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਕਿ ਮੈਂ ਆਪ ਜੀ ਦਾ ਜਾਪ ਜਪ ਸਕਾਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਇੱਕ ਬੜੇ ਵੱਡੇ ਅਰਬ ਦੇ ਬਾਦਸ਼ਾਹ ਹੋਏ ਨੇ ਇਬਰਾਹਿਮ ਬਿਨ ਆਦਮ। ਬਾਦਸ਼ਾਹੀ ਭੋਗਦਿਆਂ ਕਿਤੇ ਕਿਤੇ ਮਨ ਦੇ ਵਿੱਚ ਵਿਰਾਗ ਆਉਣਾ ਤੇ ਅਰਦਾਸ ਕਰਨੀ ਕਿ ਹੇ ਖੁਦਾ ਮੇਰੇ ਤੇ ਕਿਰਪਾ ਕਰ, ਮੈਂ ਤੇਰੀ ਭਗਤੀ ਕਰਾਂ, ਬੰਦਗੀ ਕਰਾਂ। ਜਦੋਂ ਰੋਜ਼ ਕਰਨ ਲੱਗੇ ਤਾਂ ਅਰਦਾਸ ਵਾਹਿਗੁਰੂ ਨੇ ਪ੍ਰਵਾਨ ਕਰ ਲਈ। ਵਿਰਾਗ ਪੈਦਾ ਕਰਨ ਵਾਸਤੇ ਰਾਤ ਨੂੰ ਇੱਕ ਸੁਪਨਾ ਦਿਖਾਇਆ। ਇਹ ਬਾਦਸ਼ਾਹ ਆਪਣੇ ਮਹਿਲਾਂ 'ਚ ਸੁੱਤਾ ਹੈ, ਸੁਪਨੇ ਦੇ ਵਿੱਚ ਕਿਸੇ ਸੱਜਣ ਦਾ ਊਠ ਗਵਾਚ ਗਿਆ। ਉਹ ਸੱਜਣ ਊਠ ਲੱਭਣ ਵਾਸਤੇ ਇਹਦੇ ਮਹਿਲਾਂ ਵਿੱਚ ਤੁਰਿਆ ਫਿਰਦਾ ਹੈ। ਇਹਨੇ ਸੁਪਨੇ ਵਿੱਚ ਆਖਿਆ ਕੀ ਲੱਭਦਾ ਹੈ? ਕਹਿੰਦਾ ਮੇਰਾ ਊਠ ਗਵਾਚ ਗਿਆ ਸੀ ਤੇ ਤੇਰੇ ਮਹਿਲ ਦੇ ਵਿੱਚ ਲੱਭਦਾ। ਇਹ ਸੁਪਨੇ ਵਿੱਚ ਖਿੜਖੜਾ ਕੇ ਹੱਸ ਪਿਆ। ਕਹਿੰਦਾ ਊਠਾਂ ਦਾ ਮਹਿਲਾਂ ਦੇ ਵਿੱਚ ਕੀ ਕੰਮ, ਬਾਹਰ ਜਾ ਕੇ ਲੱਭ। ਉਹਨੇ ਸੁਪਨੇ ਵਿੱਚ ਹੀ ਇਹਦੇ ਥਾਪੀ ਦੇ ਕੇ ਨਾ ਪਿੱਠ ਤੇ ਆਖਿਆ ਖੁਦਾ ਦਾ ਰਾਜਿਆਂ ਦੇ ਮਹਿਲਾਂ ਵਿੱਚ ਕੀ ਕੰਮ, ਬਾਹਰ ਜਾ ਕੇ ਲੱਭ। ਮੈਂ ਬੜਾ ਹੈਰਾਨ ਹੁੰਦਾ ਵਾਂ ਵੀ ਆਪਾਂ ਬੱਚਿਆਂ ਨੂੰ ਕਿੱਡੇ ਵੱਡੇ ਸਕੂਲਾਂ ਵਿੱਚ ਪੜ੍ਹਾਉਂਦੇ, ਕਿੰਨੇ ਪੈਸੇ ਖਰਚਦੇ, ਪਰ ਵੋਟਾਂ ਤੇ ਫੇਰ ਅਨਪੜ੍ਹ ਮੰਤਰੀਆਂ ਨੂੰ ਹੀ ਪਾਉਣਾ ਆ। ਆਖੋ ਸਤਨਾਮ ਸ੍ਰੀ, ਉਹਨਾਂ ਨੂੰ ਹੀ ਪਾਉਣੀਆਂ ਨਾ, ਜਿੰਨੇ ਮਰਜ਼ੀ ਪੜ੍ਹਾ ਲਓ। ਤਾਂ ਉਹ ਕਹਿੰਦਾ ਜੇ ਊਠ ਦਾ ਮਹਿਲ 'ਚ ਕੋਈ ਕੰਮ ਨਹੀਂ ਨਾ, ਵੈਸੇ ਇੱਕ ਦ੍ਰਿਸ਼ਟਾਂਤ ਆ, ਤਾਂ ਖੁਦਾ ਦਾ ਤੇਰੇ ਮਹਿਲਾਂ 'ਚ ਕੀ ਕੰਮ, ਬਾਹਰ ਜਾ ਕੇ ਲੱਭ। ਪਰ ਬਾਦਸ਼ਾਹੀ ਛੱਡਣੀ ਸੌਖੀ ਪਈ ਆ ਕਿਤੇ? ਇਹ ਕੁਰਸੀ ਛੱਡਣੀ ਸੌਖੀ ਪਈ ਆ ਕਿਤੇ? ਇਹ ਕੋਈ ਛੱਡ ਕੇ ਰਾਜੀ ਆ? ਸੇਵਾਦਾਰ ਰਿਟਾਇਰ ਹੁੰਦੇ ਨੇ, ਵੱਡੇ ਜਿਹੜੇ ਪ੍ਰਧਾਨ ਹੁੰਦੇ, ਮੁਖੀ ਹੁੰਦੇ, ਇਹ ਨਹੀਂ ਕਦੀ ਰਿਟਾਇਰ ਹੁੰਦੇ। ਗ੍ਰੰਥੀ ਸਿੰਘ ਹੀ ਰਿਟਾਇਰ ਕੀਤੇ ਜਾਂਦੇ ਨੇ। ਤਾਂ ਉਹ ਕਹਿਣ ਲੱਗਾ ਹੁਣ ਬਾਦਸ਼ਾਹੀ ਕਚਹਿਰੀ ਲਾ ਕੇ ਬੈਠਾ, ਮੰਤਰੀ ਸੰਤਰੀ ਲਾਗੇ ਬੈਠੇ, ਸਲੂਟ ਵੱਜਣ, ਨਮਸਕਾਰਾਂ ਹੋਣ। ਕਹਿੰਦਾ ਛੱਡ ਖੜਾ, ਬੰਦਗੀ 'ਚ ਕੀ ਰੱਖਿਆ, ਆਹ ਸਵਾਦ ਲੱਭਣੇ ਤੈਨੂੰ ਕਿਤੇ।
खुदा ने आख्या भी इनू अजे राती एक उदाहरण दिती है तो कोई असर नहीं। खुदा फकीर बन के आया। ये तो अगे तुसी साखी सुनी आ, वो फकीर बन के आया ते आन के उन्हें अपना झोला रखिया, समान रखिया, सब कुछ। इन्हें नौकरां नूं सैनत अखी कीती भी आ साध किधर मूँह चुक के तुरिया आउंदा। खुदा ने झोला रखिया, झोले नूं सिर थले रखिया, लाते लत्त रखी ते लम्मे पै गए। नौकरां ने पुछया महाराज तुसी की करदे पे हो? कहंदे मैं आराम करदा पिया वां, मैं इत्थे एक रात कटनी है। वो कहंदे ये राजे दा महल है, ये राजे दा दरबार है, ये कोई सराह नहीं। वो कहंदा ये सराह नहीं तो होर की है। अखीर तुसी अगे जानदे हो साखी बड़ी लंबी समा इजाजत नहीं दिंदा। आपस विच बहसबाजी हुई, सवाल उत्तर होए। ये इब्राहिम बिन आदम जिहड़ा बादशाह सी, इनू फिर फकीर ने आख्या तेरे तो पहला इत्थे कौन रहिंदा सी? कहंदा मेरा पिता, वो तो पहला पिता मां दादा पड़दादा। अच्छा तेरे मरण तो बाद ये कौन रवेगा? मेरे बच्चे, उन्हां तो बाद उन्हां दे बच्चे। तो कहंदे फिर सारे टाइम पास ही करते आ, सराहियां होर की आ, रहना तो इत्थे किसी ने नहीं, अपना टाइम पास करना। फिर इब्राहिम बिन आदम नूं वराग होया ते फिर उन्हें भगती की, समुंदर के कंढे ते गया। एक गल होर नवीं है, वो बेनती करके फिर अगे तुरा। बाकी तो तुसी कथा सुनी आ उहदी। एक गल नवीं है, जदों समुंदर के कंढे बंदगी कर लगा, उत्थे एक फकीर पहला ही बंदगी करता सी। खुदा उहदे वास्ते रोटी भेजदा सी एक टाइम, 24 घंटियां चो एक टाइम रोटी दिंदा सी उहनूं। वो किसे बहाने आवे समुंदर के कंढे पहुँचती सी जी, किसे बहाने पहुँचे वो पहुँचती सी। जदों इब्राहिम बिन आदम भगती कर लगा, इनू 2 टाइम रोटी पहुँचण लग पई। वो जिहड़ा पहला फकीर सी वो गुस्से हो गया। वो कहंदा ये कल दा साध, इनू खुदा तू 2 टाइम रोटियां भेजियों भी रंग बरंगियां, ते मैनू 20 साल हो गए तप करदे नूं, मैनू एक टाइम आवे वो भी सुक्कियां। ये बेइंसाफी है, ये अन्याय है। कहंदे खुदा दी आवाज़ आई कि इन्हें मेरे वास्ते बादशाही छड्डी है, तू की छड्डिया? इत्थे ते छड्डण दे मुल पैंदे आ। अज तो प्रण कर लो, मैं शराब छड्डदा वां, खुदा कहंदा मैं तेरे अगे हाजिर हो जाऊंगा। इत्थे ते छड्डण दे मुल पैंदे आ। अज तो प्रण कर लो कि मैं केस कट्टने छड्डदा वां, इत्थे ते छड्डण दे मुल पैंदे आ। जिन्ने कुछ छड्डिया नहीं उहदी कदर बहुती खुदा भी नहीं करता। तो महाराज जी अगे बेनती है कि हे वाहिगुरू, जिवें इब्राहिम बिन आदम अरदासां करदा सी बादशाह हो के भी मेरे ते कृपा कर, मैं तेरी भगती करा, तेरी बंदगी करा, तेरा नाम जपां, क्योंकि कृपा तो आप ही करनी है। ਤਾਂ ਇਹ ਦਾਤ ਅਸੀਂ ਮੁਖੀ ਗੁਰਾਂ ਦੇ ਉਪਦੇਸ਼ ਦੇ ਨਾਲ ਹਿਰਦੇ 'ਚ ਧਾਰਨ ਕਰਦੀਆਂ ਤੇ ਵਾਹਿਗੁਰੂ ਜੀ ਦਾ ਜਸ ਮਨ ਬਾਣੀ ਸਰੀਰ ਕਰਕੇ ਜਪਣਾ ਹੈ, ਕਰਨਾ ਹੈ। ਜੇ ਵਡ ਭਾਗ ਹੋਵੇ ਤਾਂ ਜਪੀਐ, ਹਰ ਭਉ-ਜਲ ਪਾਰ ਉਤਾਰੇ। ਜੇ ਵੱਡੇ ਭਾਗ ਹੋਣ ਤਾਂ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ। वाहिगुरु कृपा करके, तरस करके, मेहर करके इस संसार रूपी समुद्र तो पार उतार दिंदा है। हर जन निकट निकट हर जन है, हर राखै कंठ जन तारे। जेड़े वाहिगुरु जी दे जन ने, परमेश्वर दे प्यारे संत ने, ये सब तो नेड़े ने। कुरान शरीफ के मुताबक 4 सज्जन रब दे सब तो नेड़े। पहला औलिया, दूजा शाहिदा जिन्हों आपां शहीद कह दिंदे, ये रब दे बहुत नेड़े। तीसरा
ਪਰਮੇਸ਼ਰ ਦਾ ਪਿਆਰਾ ਨੇਕ ਸੱਜਣ, ਜਿਹਨੂੰ ਸਾਲੀਨ ਕਹਿ ਦਿੰਦੇ ਹਨ, ਸਾਲਹੀਨ, ਨੇਕ ਸੱਜਣ, ਪਰਉਪਕਾਰੀ। ਤੇ ਚੌਥਾ ਕੌਣ ਹੋਇਆ? ਸਿਦਕੀ, ਸਿਦਕਵਾਨ। ਇਹ ਚਾਰ ਕੁਰਾਨ ਸ਼ਰੀਫ ਦੇ ਮੁਤਾਬਕ ਸਭ ਤੋਂ ਨੇੜੇ ਰੱਬ ਦੇ। ਪਹਿਲਾ ਹੈ ਔਲੀਆ, ਜਿਹਨੂੰ ਨਬੀ ਕਹਿ ਦਿੰਦੇ ਨਾ, ਨਬੀ ਰੱਬ ਦਾ ਪਿਆਰਾ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਇਹ ਸਭ ਤੋਂ ਨੇੜੇ। ਦੂਜਾ ਸ਼ਹੀਦ, ਸਭ ਤੋਂ ਨੇੜੇ। ਤੀਸਰਾ ਸਿਦਕੀ, ਜਿਹੜਾ ਸਿਦਕ ਵਾਲਾ ਹੈ, ਉਹ ਨੇੜੇ ਹੈ। ਤੇ ਚੌਥਾ ਕੀ? ਨੇਕ ਜਨ, ਪਰਉਪਕਾਰੀ। ਤੇਰੇ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਇਸ ਗੱਲ ਉੱਤੇ ਗੁਰੂ ਰਾਮਦਾਸ ਹੈ ਮੋਹਰ ਲਾਉਂਦੇ ਆ। ਹਰ ਜਨ ਨਿਕਟ, ਰੱਬ ਦੇ ਸਭ ਤੋਂ ਨੇੜੇ ਹਰ ਜਨ ਨੇ, ਨਿਕਟ ਹਰ ਜਨ ਹੈ। ਜਦੋਂ ਤੁਸੀਂ ਹਰੀ ਜਨਾਂ ਦੀ ਸੰਗਤ ਕਰੋਗੇ ਤਾਂ ਫਿਰ ਤੁਸੀਂ ਵੀ ਰੱਬ ਦੇ ਨੇੜੇ ਹੋ ਜਾਓਗੇ, ਤੁਸੀਂ ਵੀ ਪ੍ਰਮਾਤਮਾ ਦੇ ਨੇੜੇ ਹੋ ਜਾਓਗੇ। ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ, ਉਹਨਾਂ ਨੇ ਜਿਹੜੇ ਗ੍ਰੰਥੀ ਸਿੰਘ ਸੀ ਨਾ, ਸੰਤ ਭਾਈ ਜੋਧ ਸਿੰਘ ਜੀ, ਸ਼੍ਰੀਮਾਨ ਸੰਤ ਭਾਈ ਜੋਧ ਸਿੰਘ ਜੀ, ਆਰਮੀ ਦੇ ਵਿੱਚ ਇੱਕ ਗ੍ਰੰਥੀ ਸੀ। ਦੇਖੋ ਗ੍ਰੰਥੀ ਦਾ ਜੀਵਨ ਕਿੱਡਾ ਉੱਚਾ ਸੱਚਾ ਹੁੰਦਾ। ਗਿਆਨੀ ਸੰਤ ਸਿੰਘ ਜੀ ਹਰਮੰਦਰ ਸਾਹਿਬ ਦੇ ਗ੍ਰੰਥੀ ਸੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਆਖਿਆ? ਸੋਨੇ ਦੀ ਸੇਵਾ ਕਰ। ਅੱਜ ਉਹਨਾਂ ਦੀ ਮੇਰੇ ਖਿਆਲ ਨਾਲ ਬੁੰਗਾ ਖੁਦਾਈ ਚੋਂ ਲੱਭਾ ਨਾ। ਸਾਨੂੰ ਇਤਿਹਾਸਕ ਚੀਜ਼ਾਂ ਸਾਂਭ ਕੇ ਰੱਖਣੀਆਂ ਚਾਹੀਦੀਆਂ। ਉਹ ਟਕਸਾਲ ਦੇ ਵੀ ਮੁਖੀ ਸਨ। ਤਾਂ ਸ਼੍ਰੀਮਾਨ ਗਿਆਨੀ ਭਾਈ ਜੋਧ ਸਿੰਘ ਜੀ ਗ੍ਰੰਥੀ ਸੀ। ਸੰਤ ਅਤਰ ਸਿੰਘ ਜੀ ਨੇ ਆਖਿਆ, ਬਾਬਾ ਜੀ, ਸੰਤ ਅਤਰ ਸਿੰਘ ਕੌਣ ਸਨ? ਸ਼੍ਰੀਮਾਨ ਗ੍ਰੰਥੀ ਭਾਈ ਜੋਧ ਸਿੰਘ ਦੇ ਸੇਵਾਦਾਰ। ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਬਣਾ ਕੇ ਆਰਮੀ ਦੇ ਵਿੱਚ। ਤਾਂ ਸੰਤ ਅਤਰ ਸਿੰਘ ਜੀ ਨੇ ਵੇਖਿਆ ਵੀ ਭਾਈ ਜੋਧ ਸਿੰਘ ਜਦੋਂ ਨਿਤਨੇਮ ਕਰਦੇ ਆ, 4-4 ਘੰਟੇ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਜਾਂਦੇ ਆ। ਆਪਾਂ ਤੇ ਜਦੋਂ ਚੌਂਕੜਾ ਮਾਰ ਕੇ ਬਹਿੰਦੇ ਆ, ਲੱਤਾਂ ਹਿੱਲੀ ਜਾਂਦੀਆਂ ਨੇ, ਖਾਜ ਹੋਈ ਜਾਂਦੀ ਹੈ, ਗਰਮੀ ਲੱਗੀ ਜਾਂਦੀ ਹੈ। ਪਰ ਸ਼੍ਰੀਮਾਨ ਜਦੋਂ ਗ੍ਰੰਥੀ ਭਾਈ ਜੋਧ ਸਿੰਘ ਬਹਿੰਦੇ ਨੇ ਨਾ, ਇਦਾਂ ਜਾਪਦਾ ਜਿੱਦਾਂ ਸਰੀਰ ਵਿੱਚੋਂ ਹੀ ਨਿਕਲ ਕੇ ਚਲੇ ਜਾਂਦੇ। ਹੁਣ ਭੋਲੇ ਭਾਲੇ ਸੰਤ ਅਤਰ ਸਿੰਘ ਜੀ, ਤਾਂ ਸੰਤ ਭਾਈ ਅਤਰ ਸਿੰਘ ਜੀ ਜਿਹੜੇ ਮਸਤੂ ਆਣੇ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ ਹੋਏ ਨੇ, ਉਹ ਭੋਲੇ ਭਾਵ ਵਿੱਚ ਨੌਜਵਾਨੀ ਉਮਰ, ਕੁਝ ਨਹੀਂ ਪਤਾ, ਸਾਫ਼ ਦਿਲ। ਤੇ ਗ੍ਰੰਥੀ ਭਾਈ ਜੋਧ ਸਿੰਘ ਨੂੰ ਕਹਿਣ ਲੱਗੇ, ਬਾਬਾ ਜੀ, ਜਦੋਂ ਤੁਸੀਂ ਪਾਠ ਕਰਦੇ ਹੋ ਕਿੱਥੇ ਚਲੇ ਜਾਂਦੇ ਆ? ਉਹ ਕਹਿੰਦੇ, ਮੈਂ ਆਪਣੇ ਦੇਸ਼ ਚਲਿਆ ਜਾਣਾ। ਕਹਿੰਦੇ, ਫਿਰ ਮੈਨੂੰ ਵੀ ਦੱਸ ਕਿੱਦਾਂ ਜਾਈਦਾ ਹੈ? ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਉਹ ਦੇਸ਼ ਫਿਰ ਮੈਨੂੰ ਦੱਸ। ਫਿਰ ਉਹਨਾਂ ਨੇ ਦੱਸਿਆ ਵੀ ਸ਼ਬਦ ਦੇ ਵਿੱਚ ਸੁਰਤ ਨੂੰ ਲੈ ਕਰੋ, ਫਿਰ ਸੁਰਤ ਨੂੰ ਸਾਖੀ ਵਿੱਚ ਲੈ ਕਰੋ, ਹੌਲੀ ਹੌਲੀ ਫਿਰ ਨਾਲ ਅਰਦਾਸਾਂ ਵੀ ਕਰੋ ਵੀ ਮਹਾਰਾਜ ਸਿੱਖਾਂ ਘਰ ਜਨਮ ਦਿੱਤਾ, ਧੰਨਵਾਦ। ਅੰਮ੍ਰਿਤ ਦੀ ਕਿਰਪਾ ਕੀਤੀ, ਬਹੁਤ ਧੰਨਵਾਦ। ਹੁਣ ਕਿਰਪਾ ਕਰੋ ਨਾਮ ਵਿੱਚ ਵੀ ਚਿੱਤ ਮੇਰਾ ਜੁੜ ਜਾਵੇ। ਤਾਂ ਜਦੋਂ ਹਰੀ ਜਨਾਂ ਦੀ ਸੰਗਤ ਕਰਾਂਗੇ ਤਾਂ ਰੱਬ ਦੇ ਨੇੜੇ ਹੋ ਜਾਾਂਗੇ। ਹਰ ਰਾਖੈ ਕੰਠ ਜਨ ਧਾਰੇ, ਤਾਂ ਵਾਹਿਗੁਰੂ ਫਿਰ ਆਪਣੇ ਗਲ ਦੇ ਨਾਲ ਲਾ ਕੇ ਰੱਖੇਗਾ ਸਾਨੂੰ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਿਕ ਹਰ ਪ੍ਰਤਪਾਰੇ। ਸਤਿਗੁਰੂ ਫਰਮਾਉਂਦੇ ਨੇ ਕਿ ਸਾਡਾ ਪਿਤਾ ਵੀ ਵਾਹਿਗੁਰੂ ਹੈ, ਸਾਡਾ ਇਹ ਮਾਤਾ ਵੀ ਵਾਹਿਗੁਰੂ ਹੈ, ਸਾਡਾ ਸੱਜਣ ਵੀ ਵਾਹਿਗੁਰੂ ਹੈ। ਤੇ ਵਾਹਿਗੁਰੂ ਦਾ ਸਰੂਪ ਧੰਨ ਗੁਰੂ ਅਮਰਦਾਸ ਸਾਹਿਬ ਸਾਨੂੰ ਬੱਚਿਆਂ ਵਾਂਗ ਪਾਲਦੇ ਹਨ। ਇਹ ਪਾਵਨ ਪਵਿੱਤਰ ਉਪਦੇਸ਼ ਲੜੀਵਾਰ ਕਥਾ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੁੱਚੇ ਰੂਪ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ। ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ, ਤਿਨਾਂ ਦਾ ਧੰਨਵਾਦ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਹਾਜ਼ਰੀ ਸੀ, ਉਹਨਾਂ ਮਹਾਂਪੁਰਸ਼ਾਂ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ। ਹਰ ਜਨ ਨਿਕਟ ਨਿਕਟ ਹੈ ਹਰ ਜਨ,
ਹਰ ਰਾਖੈ ਕੰਠ ਜਨ ਧਾਰੇ। ਹਰ ਜਨ ਨਿਕਟ ਨਿਕਟ ਹਰ ਜਨ ਹੈ। ਹਰ ਰਾਖੈ ਕੰਠ ਜਨ ਧਾਰੇ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ। ਹਮ ਬਾਰਿਕ ਹਰ ਪ੍ਰਤਪਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤੇ ਕਥਾ ਨੂੰ ਲਾਈਕ ਜ਼ਰੂਰ ਕਰਨਾ ਜੀ। ਪਿਆਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤੇ ਕਥਾ ਨੂੰ ਲਾਈਕ ਜ਼ਰੂਰ ਕਰਨਾ ਜੀ। ਪਿਆਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤੇ ਕਥਾ ਨੂੰ ਲਾਈਕ ਜ਼ਰੂਰ ਕਰਨਾ ਜੀ। ਪਿਆਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ